गुड मॉर्निंग स्टूडेंट्स। लास्ट वीडियोस 'ਚ ਅਸੀਂ ਗਰੁੱਪ 16 ਬਾਰੇ ਡਿਸਕਸ ਕਰ ਰਹੇ ਹਾਂ ਪੀ ਬਲੌਕ ਐਲੀਮੈਂਟ ਦੇ ਵਿੱਚ, ਜਿਹਦੇ ਵਿੱਚ ਅਸੀਂ ਫਾਰਮੇਸ਼ਨ ਆਫ ਹਾਈਡਰਾਈਡਸ ਤੇ ਫਾਰਮੇਸ਼ਨ ਆਫ ਆਕਸਾਈਡ ਡਿਸਕਸ ਕਰ ਚੁੱਕੇ। ਨੈਕਸਟ ਆਰ ਟੌਪਿਕ ਇਜ਼ ਰਿਐਕਟੀਵਿਟੀ ਟੂਵਰਡਸ ਹੈਲੋਜਨਸ ਮੀਨਸ ਫਾਰਮੇਸ਼ਨ ਆਫ ਹੈਲਾਈਡਸ। ਗਰੁੱਪ 16 ਦੇ ਜਿਹੜੇ ਐਲੀਮੈਂਟਸ ਹੈ ਉਹ ਨੰਬਰ ਆਫ ਹੈਲਾਈਡਸ ਬਣਾਉਂਦੇ ਹੈਗੇ, ਕਾਫੀ ਹੈਲਾਈਡਸ ਬਣਾਉਂਦੇ ਇਨ ਦੀ ਆਕਸੀਡੇਸ਼ਨ ਸਟੇਟ +1 +2 +4 ਐਂਡ +6। ਇਹ ਵਾਲੀ ਆਕਸੀਡੇਸ਼ਨ ਸਟੇਟਸ ਦੇ ਵਿੱਚ ਇਹਨਾਂ ਦੇ ਕਿਆ ਬਣਦੇ ਹੈਗੇ, ਹੈਲਾਈਡਸ ਬਣਦੇ ਹੈਗੇ। ਇਹ ਹੈਕਸਾ ਹੈਲਾਈਡਸ ਬਣਾ ਲੈਂਦੇ, ਟੈਟਰਾ ਹੈਲਾਈਡਸ, ਡਾਈ ਹੈਲਾਈਡਸ ਐਂਡ ਮੋਨੋ ਹੈਲਾਈਡਸ। ਹਾਲਾਂਕਿ ਮੋਨੋ ਹੈਲਾਈਡਸ ਐਗजिस्ट ਐਜ਼ डाइमर्स, सो दे यूजली एग्जिस्ट एज E2X2। ठीक है। ई इत्थे क्या है, ई इज़ ग्रुप 16 एलीमेंट, कोई भी एलीमेंट हो सकता। तो एक्स इज हैलोजन। ठीक है। EX6 है, EX4, EX2, E2X2। ये वाले जिहड़े हैलाइड्स है वो ग्रुप 16 दे फॉर्म हो सकते। सब तो पहला असीं गल करांगे हैक्सा हैलाइड्स की। So the first are hexahalide. Hexa means 6, halides mean halogen, तो क्या बन गया EX6। ठीक है। ये हेक्साहेलाइड्स का जनरल फार्मूला है। अगर ये देखिए तो ये ऑक्सीडेशन स्टेट जिहड़ी है ई दी वो कितनी आएगी +6। क्यों? क्योंकि हैलोजन की ऑक्सीडेशन स्टेट -1 होंगी, तो ये क्या आ जाएगी फिर +6। +6 ऑक्सीडेशन दे विच जिहड़े हैक्साहेलाइड्स है वो सिर्फ बनते हैं फ्लोराइड्स, ओनली फ्लोरीन फॉर्म हैक्साहेलाइड्स। ठीक है। ਇਹਦੇ ਬਾਰੇ ਅਸੀਂ ਗੱਲ ਕਰ ਚੁੱਕੇ। फ्लोरीन ਜਿਹੜਾ ਹੈ ਉਹੀ ਹੈਕਸਾ ਫਲੋਰਾਈਡਸ ਬਣਾਉਂਦਾ ਹੈਗਾ। ਉਹਦਾ ਰੀਜ਼ਨ ਕਿਆ ਹੈ? ਉਹਦਾ ਰੀਜ਼ਨ ਇਹ ਹੈ ਕਿ +6 ਆਕਸੀਡੇਸ਼ਨ ਸਟੇਟ ਇਸ ਗਰੁੱਪ ਦੀ ਹਾਈਐਸਟ ਆਕਸੀਡੇਸ਼ਨ ਸਟੇਟ ਹੈ ਤੇ ਉਹ ਸਿਰਫ ਫਲੋਰੀਨ ਹੀ ਲੈ ਕੇ ਆ ਸਕਦਾ, ਕਿਉਂਕਿ ਫਲੋਰੀਨ ਜਿਹੜਾ ਹੈ ਉਹ ਹਾਈਲੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੈ। ਇਹ ਐਲੀਮੈਂਟਸ ਨੂੰ ਹਾਇਰ ਆਕਸੀਡੇਸ਼ਨ ਸਟੇਟ ਦੇ ਵਿੱਚ ਲੈ ਕੇ ਜਾ ਸਕਦਾ, ਈਜ਼ੀਲੀ ਲੈ ਕੇ ਜਾ ਸਕਦਾ। ਠੀਕ ਹੈ। ਹਾਲਾਂਕਿ ਇਹਦੇ ਵਿੱਚ ਦੇਖੋ फिर किहड़े हैलाइड्स बन जाने SF6, SCF6, TeF6। ये वाले हैलाइड्स बन गए। इन्हां विचों सब तो ज़्यादा स्टेबिलिटी जिहड़ी है वो SF6 की है। ऑर्डर ऑफ स्टेबिलिटी इन्हां दा क्या है? SF6 की सब तो ज़्यादा, SCF6 की उस तो घट, TeF6 की उस तो घट। ठीक है। उसका रीज़न तुसीं सोच सकते, ईजी है। रीज़न यह है कि जदों असीं डाउन द ग्रुप जाते हैं तो जिहड़ा सेंट्रल एटम है ਉਹਦਾ ਸਾਈਜ਼ ਕਿਆ ਹੋਈ ਜਾ ਰਿਹਾ, ਇਨਕਰੀਜ਼ ਹੋਈ ਜਾ ਰਿਹਾ, ਇਲੈਕਟ੍ਰੋਨੈਗੇਟਿਵਿਟੀ ਘਟਦੀ ਜਾ ਰਹੀ, ਤਾਂ ਬੌਂਡ ਜਿਹੜਾ ਹੈ ਉਹ ਈਜ਼ੀਲੀ ਕਿਆ ਹੋ ਸਕਦਾ, ਬ੍ਰੇਕ ਹੋ ਸਕਦਾ, ਵੀਕ ਹੋ ਸਕਦਾ। ਤੇ ਈਜ਼ੀਲੀ ਬ੍ਰੇਕ ਹੋਣ ਦਾ ਮਤਲਬ ਹੈ ਉਹ ਜਲਦੀ ਰਿਐਕਟ ਕਰੇਗਾ ਤਾਂ ਉਹਦੀ ਸਟੇਬਿਲਿਟੀ ਕਿਆ ਹੋ ਜਾਏਗੀ, ਘੱਟ ਹੋ ਜਾਏਗੀ। ਸੋ ਇਟ ਮੀਨਸ ਡਾਊਨ ਦ ਗਰੁੱਪ ਸਾਈਜ਼ ਆਫ ਸੈਂਟਰਲ ਐਟਮ, ਇੱਥੇ ਸੈਂਟਰਲ ਐਟਮ ਗਰੁੱਪ 16 ਦੇ ਐਲੀਮੈਂਟਸ ਹੈ, ਇਨਕਰੀਜ਼ਿਸ, देयरफॉर EF bond will become weak and hence stability क्या हो जाएगी, डिक्रीज हो जाएगी। क्लियर है? ठीक है। उस तो इलावा जे तुसीं ये गल करो कि SCl6 या BR6 या SI6 क्यों नहीं बनते हैगे, तो उन्होंने दो रीज़न है। एक रीज़न असीं डिस्कस कर चुके कि सिर्फ फ्लोरीन जिहड़ा कि हाईली इलैक्ट्रोनैगेटिव एलीमेंट है ਉਹੀ ਐਲੀਮੈਂਟਸ ਨੂੰ ਹਾਇਰ ਆਕਸੀਡੇਸ਼ਨ ਸਟੇਟ ਦੇ ਵਿੱਚ ਲੈ ਕੇ ਜਾ ਸਕਦਾ। ਦੂਜਾ ਇਹ ਵੀ ਹੋ ਜਾਂਦਾ ਕਿ ਸਟੀਰਿਕ ਹਿੰਡਰੈਂਸ ਜ਼ਿਆਦਾ ਹੋ ਜਾਂਦੀ। ਫਲੋਰੀਨ ਤੋਂ ਇਲਾਵਾ ਕਲੋਰੀਨ, ਬ੍ਰੋਮੀਨ, ਆਇਓਡੀਨ ਦਾ ਸਾਈਜ਼ ਕਿਆ ਹੁੰਦਾ ਜਾਣਾ, ਬੜਾ ਹੁੰਦਾ ਜਾਣਾ, ਤਾਂ ਸਲਫਰ ਦੇ ਨਾਲ ਉਹਦਾ ਜਿਹੜਾ ਬੌਂਡ ਹੈ ਉਹ ਵੀਕ ਹੋਈ ਜਾਣਾ। ਕਿਉਂ? ਕਿਉਂਕਿ ਸਲਫਰ ਵਾਸਤੇ 6 ਬੜੇ ਐਟਮਸ ਨੂੰ ਆਪਣੇ ਆਸੇ-ਪਾਸੇ ਜਿਹੜਾ ਹੈ ਉਹ ਅਕੋਮੋਡੇਟ ਕਰਵਾਉਣਾ ਕਿਆ ਹੋ ਜਾਏਗਾ, ਔਖਾ ਹੋ ਜਾਏਗਾ। ਵੀ ਸਟੇਬਿਲਿਟੀ ਜਿਹੜੀ ਹੈ ਉਹ ਇਸ ਗੱਲ ਪਰ ਡਿਪੈਂਡ ਕਰਦੀ ਹੈਗੀ ਕਿ ਕਿਆ ਸੈਂਟਰਲ ਐਟਮ ਈਜ਼ੀਲੀ ਬਾਕੀ ਐਟਮਸ ਨੂੰ ਆਪਣੇ ਆਲੇ ਦੁਆਲੇ ਅਕੋਮੋਡੇਟ ਕਰਵਾ ਸਕਦਾ ਹੈ। ਅਗਰ ਉਹ ਕਰਵਾ ਸਕਦਾ ਤਾਂ ਉਹ ਕੰਪਾਊਂਡ ਫਾਰਮ ਹੋ ਜਾਂਦਾ, ਅਦਰਵਾਈਜ਼ ਨਹੀਂ ਹੁੰਦਾ ਹੈਗਾ। ਤੇ ਕਲੋਰੀਨ, ਫਲੋਰੀਨ, ਬ੍ਰੋਮੀਨ ਕਲੋਰੀਨ, ਬ੍ਰੋਮੀਨ ਤੇ ਆਇਓਡੀਨ ਸਾਈਜ਼ 'ਚ ਬੜੇ ਹੁੰਦੇ ਤੇ ਸਲਫਰ ਇਜ਼ ਨਾਟ ਏਬਲ ਟੂ ਅਕੋਮੋਡੇਟ 6 ਬਿਗ ਐਟਮਸ ਅਰਾਊਂਡ ਇਟ। ਐਂਡ ਸੈਕੰਡਲੀ only fluorine is able to make the sulfur to go into the +6 oxidation state. Now let's study about the structure of hexafluorides.
स्ट्रक्चर की गल करिए तो लैट्स टेक द एग्जाम्पल ऑफ SF6। SF6 ਦੇ ਵਿੱਚ ਸੈਂਟਰਲ ਐਟਮ ਕੌਣ ਹੈ? ਫਲੋਰੀਨ ਸੌਰੀ ਸਲਫਰ। ਸਲਫਰ ਦੇ ਬਾਹਰ ਦੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੋਏ? 6। ਤਾਂ ਅਸੀਂ ਫਾਰਮੂਲਾ ਲਗਾਉਂਗੇ H इज इक्वल टू हाफ V प्लस M माइनस C प्लस A, दैट इज 6 प्लस किन्ने मोनोवैलेंट एटम्स अटैच है? 6। कोई चार्ज नहीं है, 12/2 6 sp3d2। sp3d2 हाइब्रिडाइजेशन आ गई तो ज्योमेट्री जी है वो क्या होएगी? ऑक्टाहेड्रल। 6 पर ऑक्टाहेड्रल ज्योमेट्री होंगी। किदां दी स्ट्रक्चर बनेगी दी? So this is the structure of SF6। बाकी कंपाउंड्स जिहड़े है या SEF6 है या TEF6 है उन्हां दी स्ट्रक्चर भी इदां ही बनती है। ठीक है, तो ये हमेशा ध्यान रखना कि ज्योमेट्री ऑक्टाहेड्रल है तो हाइब्रिडाइजेशन sp3d2 है। हुण इहदे विच गल करिए ऑक्टाहेड सॉरी हैक्साहेलाइड्स दे विच SF6 जिहड़ा है वो काफ़ी ज़्यादा स्टेबल है। ठीक है, इज स्टेबल कंपाउंड, एक्सट्रीमली अनरिएक्टिव एलिमेंट है, थर्मल स्टेबिलिटी बहुत ज़्यादा है, तो कैमिकली ये क्या है? इनर्ट है। कैमिकली इनर्ट का मतलब क्या है कि ये ईजीली रिएक्ट नहीं करता। बहुत इंपॉर्टेंट क्वेश्चन है ਇਹਦਾ रीज़न क्या है? ਇਹਦਾ रीज़न ਇਹ ਹੈ ਕਿ ਇਨ ਕੇਸ ਆਫ SF6 ਸੀ ਦਾ ਸਟਰਕਚਰ ਆਫ SF6 ਦੇ ਕੇਸ ਦੇ ਵਿੱਚ ਸਲਫਰ ਜਿਹੜਾ ਹੈ ਉਹ ਸਰਾਊਂਡਡ ਬਾय 6 ਫਲੋਰੀਨ ਐਟਮਸ। ਠੀਕ ਹੈ, 6 ਫਲੋਰੀਨ ਐਟਮਸ ਜਿਹੜੇ ਹੈ ਉਹ ਸਲਫਰ ਐਟਮ ਨੂੰ क्या ਕਰ ਰਹੇ? ਘੇਰ ਕੇ ਬੈਠੇ ਹੋਏ, ਉਹ ਉਹਨੂੰ ਪ੍ਰੋਟੈਕਟ ਕਰ ਰਹੇ ਕਿਸੇ ਵੀ ਐਕਸਟਰਨਲ ਅਟੈਕ ਤੋਂ। ਇੱਥੇ ਹੁਣ ਸਲਫਰ ਦੇ ਆਸੇ-ਪਾਸੇ 6 ਫਲੋਰੀਨ ਐਟਮਸ ਹੈ, ਉਹ ਫਲੋਰੀਨ ਐਟਮਸ ਨੂੰ ਸਰਾਊਂਡ ਕਰਕੇ ਬੈਠੇ ਹੋਏ ਤਾਂ ਸੈਂਟਰਲ ਐਟਮ ਤੱਕ ਉਹ ਕਿਸੇ ਨੂੰ ਪੁੱਜਣ ਹੀ ਨਹੀਂ ਦੇ ਰਹੇ। ਤੇ ਇਸ ਕਰਕੇ ਜਿਹੜਾ SF6 ਹੈ ਉਹ ਇੰਨਾ ਜ਼ਿਆਦਾ ਸਟੇਬਲ ਹੈ ਕਿ ਈਵਨ ਇਹਦੀ ਹਾਈਡਰੋਲਿਸਿਸ ਵੀ ਨਹੀਂ ਹੁੰਦੀ ਹੈਗੀ। ठीक है, so it's very important question that SF6 is chemically inert or SF6 is thermodynamically stable compound or SF6 does not undergo hydrolysis। सारे का आंसर सेम है that in case of SF6 the geometry is octahedral and one central sulfur atom is surrounded by 6 fluorine atoms so that they don't want any external reagent to attack on sulfur। So hope you are clear with the hexahalides। Now we'll discuss about tetrahalides। So हम tetrahalides बारे discuss करते हैं। tetrahalides ਦੇ ਵਿੱਚੋਂ again tetrafluorides are highly stable compounds। ठीक है, इन्हां विच SF4 SEF4 ਤੇ TEF4 बेसिकली बनते हैं। जिहड़ा SF4 है जनरल फार्मूला क्या हो गया? EX4। सो SF4 SEF4 एंड TEF4। SF4 जिहड़ा है वो गैस है, SEF4 लिक्विड है, TEF4 जिहड़ा है वो सॉलिड है। यू नो डाउन द ग्रुप अंडरवाल फोर्सिस जिहड़ियां इनक्रीज होंदियां जांदियां सेंटर एटम के साइज़ वधण करके तो उन्होंने फिजिकल स्टेट्स जिहड़ियां क्या हो सकदियां? चेंज हो सकदी। लैट्स टेक द एग्जांपल ऑफ SF4। असी स्ट्रक्चर बारे डिस्कस करते हैं। इन्हां दे हाइब्रिडाइजेशन क्या आएगी? हाफ V प्लस M माइनस C प्लस A। ठीक है, इहदे विच सेंट्रल एटम कौन है? सल्फर। नंबर ऑफ इलैक्ट्रॉन 6 प्लस 4 कितना आ गया? 10/2 दैट इज इक्वल टू 5। 5 थे हाइब्रिडाइजेशन sp3d। सो दिस इज ट्रायगनल बाय पिरामिडल। ठीक है, ट्रायगनल बाय पिरामिडल है। सो सी हाउ कैन वी ड्रॉ इट? सेंटर चेस F F F and F and one position is occupied by a lone pair। You can see it is a seesaw structure। जी शेप है वो क्या है? सीसा। वैसे बॉन्ड थोड़े बेंट होंगे ड्यू टू लोन पेयर बॉन्ड पेयर रिपल्शन बट बनाने वेले असीं इदां बना लेंदे। हुण इहदे विच तुसीं देख सकदे वन लोन पेयर इज प्रेजेंट तो सल्फर जिहड़ा सारे पासे तो फ्लोरीन सराउंडिड भी नहीं है। सो इस करके जिहड़े टेट्राहेलाइड्स हुंदे हैगे दे आर रिएक्टिव एज कंपेयर टू हेक्साहेलाइड। उस तो इलावा एक होर प्रॉपर्टी है इन्हां दी कि जिहड़े टेट्राहेलाइड्स है
tetrahalides can act as Lewis acid as well as Lewis base. Now you should know what are Lewis acids and Lewis base. Lewis acids क्या होंगे? Which can accept a pair of electron. ਜਿਹੜੇ electrons क्या कर सकते? Accept कर सकते. Which accept electrons. ਤੇ base क्या होंगे? Which donate electrons. ਹੁਣ ਜਿਹੜੇ tetrahalides है, they can act as Lewis acid as well as base. So ਉਹਦਾ रीज़न क्या है? ਉਹਦਾ रीज़न है lone pair and vacant d orbitals. You can see ਅਸੀਂ ਟੈਟਰਾਹੈਲਾਈਡ ਜਿਹੜਾ ਮਰਜੀ ਡਰਾ ਕਰੀਏ ਉਹਦੀ ਸੀਸਾ ਸ਼ੇਪ ਆਏਗੀ ਜਿਹਦੇ ਵਿੱਚ ਇੱਕ ਕਿਆ ਪ੍ਰੈਜ਼ੈਂਟ ਹੋਏਗਾ? ਲੋਨ ਪੇਅਰ ਹੋਏਗਾ. ਅਗਰ ਲੋਨ ਪੇਅਰ ਪ੍ਰੈਜ਼ੈਂਟ ਹੈ ਤਾਂ ਇਹਨੂੰ ਡੋਨੇਟ ਕਰਨ ਦੀ ਟੈਂਡੈਂਸੀ ਵੀ ਹੈ. ਸੋ ਇਟ ਕੈਨ ਐਕਟ ਐਜ਼ ਲੂਇਸ ਬੇਸ. ਤੇ ਸਲਫਰ ਸੈਂਟਰਲ ਐਟਮ ਕੋ ਕਿਆ ਪ੍ਰੈਜ਼ੈਂਟ ਹੈ? ਵੇਕੈਂਟ ਡੀ ऑर्बिटल्स. ਸਲਫਰ ਦੀ ਜਿਹੜੀ ਕਨਫੀਗਰੇਸ਼ਨ ਹੈ ਉਹ ਕਿਆ ਹੈ? 1s2 2s2 2p6 3s2 3p4 3d ਹੈ, ਖਾਲੀ ਹੈ ਬੇਸ਼ੱਕ ਬਟ ਹੈ ਨਾ, ਤਾਂ ਉੱਥੇ ਉਹ ਇਲੈਕਟ੍ਰੋਨਸ ਕਿਆ ਕਰ ਸਕਦਾ? ਅਸੈਪਟ ਕਰ ਸਕਦਾ. ਸੋ ਇਟ ਕੈਨ ਐਕਟ ਐਜ਼ ਅ ਲੂਇਸ ਐਸਿਡ. ਸੋ ਜਿਹੜੇ ਟੈਟਰਾਹੈਲਾਈਡਸ ਹੈ ਦੇ ਕੈਨ ਐਕਟ ਐਜ਼ ਲੂਇਸ ਐਸਿਡਸ ਐਜ਼ ਵੈਲ ਐਜ਼ ਲੂਇਸ ਬੇਸ. ਸੀ reactions SF4 plus BF3. BF3 you know that electron deficient compound ਹੈ. ਤਾਂ SF4 ਇੱਥੇ ਆਪਣਾ ਇਲੈਕਟ੍ਰੋਨ ਪੇਅਰ ਕਿਹਨੂੰ ਡੋਨੇਟ ਕਰ ਰਿਹਾ? BF3 ਨੂੰ, to form dative bond like this. And SF4 electron pair accept भी कर सकता fluorides to form SF6 to negative. Here it is acting as Lewis base क्योंकि ये डोनेट कर रहे हैं. ठीक है. Here it is acting as Lewis acid क्यों? क्योंकि ये fluoride तो इलेक्ट्रॉन्स accept कर रहे हैं. तो ये ध्यान रखना कि tetrahalides ਜਿਹੜੇ है they can act as Lewis acid as well as Lewis base. Lewis acid क्यों? Due to the presence of lone pair. Due to the presence of d orbitals. And Lewis base due to the presence of lone pair. Clear? ਸੋ ਇਸ ਤੋਂ ਇਲਾਵਾ SF4 ਤੇ SF6 ਦੇ ਕੰਪੈਰੀਜ਼ਨ 'ਚ ਕੁਐਸਚਨ ਵੀ ਆ ਜਾਂਦਾ ਕਿ SF6 ਹਾਈਡਰੋਲਾਈਜ਼ਡ ਨਹੀਂ ਹੁੰਦਾ, SF4 ਹੋ ਜਾਂਦਾ. ਉਹ ਅਸੀਂ ਡਿਸਕਸ ਕਰ ਚੁੱਕੇ ਕਿ SF6 'ਚ ਫਲੋਰੀਨ ਜਿਹੜਾ ਸੈਂਟਰਲ ਐਟਮ ਹੈ ਸਲਫਰ ਦੈਟ ਇਜ਼ ਸਰਾਊਂਡਡ ਬਾਈ 6 ਫਲੋਰੀਨ ਐਟਮਸ, ਤਾਂ ਉਹ ਸੈਂਟਰਲ ਐਟਮ ਤੇ ਅਟੈਕ ਨਹੀਂ ਕਰ ਪਾਉਂਦਾ. ਇਨ ਕੇਸ ਆਫ SF4 ਯੂ ਹੈਵ ਸੀਨ ਦਾ ਸਟਰਕਚਰ, ਇਟ ਇਜ਼ ਨਾਟ ਸਰਾਊਂਡਡ ਬਾਈ 6 ਫਲੋਰੀਨ ਐਟਮਸ. ਤੇ ਇਹਦੇ ਕੋਲ ਲੋਨ ਪੇਅਰ ਵੀ ਹੈ, ਰਿਐਕਟਿਵਿਟੀ ਹੋਣ ਕਰਕੇ ਈਜ਼ੀਲੀ ਕਿਆ ਹੋ ਸਕਦਾ? ਹਾਈਡਰੋਲਾਈਜ਼ਡ ਹੋ ਸਕਦਾ. ਸੋ SF6 ਜਿਹੜਾ ਹੈ ਉਹ ਕੈਮੀਕਲੀ ਇਨਰਟ ਹੁੰਦਾ ਜਦਕਿ SF4 ਜਿਹੜਾ ਉਹ ਕਾਫੀ ਰਿਐਕਟਿਵ ਹੁੰਦਾ. ਨਾਓ ਲੈਟਸ ਟਾਕ ਅਬਾਊਟ ਡਾਈਹੈਲਾਈਡ. ਡਾਈਹੈਲਾਈਡ ਦੀ ਗੱਲ ਕਰੀਏ ਤਾਂ ਸਿਲੇਨੀਅਮ ਨੂੰ ਛੱਡ ਕੇ ਬਾਕੀ ਸਾਰੇ ਐਲੀਮੈਂਟਸ ਡਾਈਹੈਲਾਈਡਸ ਬਣਾਉਂਦੇ ਆ. ਡਾਈਹੈਲਾਈਡਸ ਦੇ ਫॉर एग्जांपल वी कैन टेक द एग्जांपल ऑफ HCl2. अगर ਅਸੀਂ ਦੀ ਹਾਈਬ੍ਰਿਡਾਈਜੇਸ਼ਨ ਕੈਲਕੂਲੇਟ ਕਰੀਏ ਤਾਂ ਕਿੰਨੀ ਆਏਗੀ? V + M - C + A. हाफ सल्फर इज 6 + 2 8/2. हाइब्रिडाइजेशन वुड बी sp3 एंड ज्योमेट्री क्या आएगी? टेट्राहेड्रन. अगर असी ड्रॉ करिए स्ट्रक्चर सो यू कैन सी दो पोजीशंस ਜਿਹੜੀਆਂ क्लोरीन ने ले ਲੈਣੀਆਂ ਤੇ दो पोजीशंस किने ले लिया? लोन पेयर्स ने. ਤਾਂ V शेप या बेंट शेप बन ਜਾਂਦੀ. HCl6 ਦੇ ਕੇਸ ਦੇ ਵਿੱਚ ਇਹ ਐਂਗਲ 103 ਡਿਗਰੀ ਦਾ ਹੁੰਦਾ, ਵਾਟਰ ਨਾਲੋਂ ਘੱਟ ਹੁੰਦਾ due to the lone pair repulsion. ठीक है, क्लियर है. इस तो इलावा मोनोहेलाइड्स भी बनते हैं. मोनोहेलाइड्स ਜਿਹੜੇ ਹੈ ਉਹ ਡਾਇਮੈਰਿਕ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ, ਐਗਜ਼ਿਸਟ ਐਜ਼ ਡਾਇਮੈਰਿਕ ਫਾਰਮ. फॉर एग्जाम्पल S2Cl2. ठीक है, इट्स स्ट्रक्चर इज क्वाइट सिमिलर टू दैट ऑफ हाइड्रोजन परऑक्साइड. इट्स स्ट्रक्चर इज लाइक दिस. ठीक है, इदां दी स्ट्रक्चर हुंदी हैगी इन्हां दी. ते डायमैरिक हैलाइड्स जिहड़े आ वो ज़्यादातर डिसप्रपोर्शनेशन कर जाते. फॉर एग्जाम्पल Se2Cl2 है, इट डिसप्रपोर्शनेट टू गिव SeCl4 + Se. इत्थे ऑक्सीडेशन स्टेट कितनी है? +1. इत्थे +4 तो इत्थे 0. +1 तो +4 +1 तो 0.
ਡਿਸਪ੍ਰਪੋਰਸ਼ਨੇਸ਼ਨ ਹੋ ਗਈ। ਡਿਸਪ੍ਰਪੋਰਸ਼ਨੇਸ਼ਨ ਦਾ ਮਤਲਬ ਕਿਆ ਹੈ, ਜਦੋਂ ਸਿੰਗਲ ਐਲੀਮੈਂਟ ਜਿਹੜਾ ਹੈ ਆਕਸੀਡਾਈਜ਼ ਵੀ ਹੋਵੇ ਤੇ ਰਿਡਿਊਸ ਵੀ ਹੋਵੇ, ਉਸ ਰਿਐਕਸ਼ਨ ਨੂੰ ਅਸੀਂ ਕਿਆ ਕਹਿੰਦੇ ਹੈਗੇ, ਡਿਸਪ੍ਰਪੋਰਸ਼ਨੇਸ਼ਨ ਕਹਿੰਦੇ। ਇਸ ਕੇਸ ਦੇ ਵਿੱਚ ਸਿਲੇਨੀਅਮ ਕਿਆ ਹੋ ਰਿਹਾ, ਆਕਸੀਡਾਈਜ਼ ਵੀ ਹੋ ਰਿਹਾ ਤੇ ਰਿਡਿਊਸ ਵੀ ਹੋ ਰਿਹਾ। ਤਾਂ ਸਿਲੇਨੀਅਮ ਦੇ ਇੱਥੇ ਕਿਆ ਹੋ ਰਹੀ, ਡਿਸਪ੍ਰਪੋਰਸ਼ਨੇਸ਼ਨ ਹੋ ਰਹੀ। ਮੋਨੋਹੈਲਾਈਡਸ ਜਿਹੜੇ ਹੈ ਉਹੀ ਡਿਸਪ੍ਰਪੋਰਸ਼ਨੇਸ਼ਨ ਰਿਐਕਸ਼ਨਸ ਕਰਦੇ ਆ।